स्वागत है उनका जो मेरा रास्ता रोकते हैं, अजीब परिणाम है उनको जो मेरा रास्ता रोकते हैं। शेर तब भी नहीं रुकता जब 100 कुत्ते भौंकते हैं। बहुत धन्यवाद। ये है कि शरीफों को तो कुचला जाता है जनाब, यहाँ रुतबा है अनाड़ियों का। कि शरीफों को तो दबाया जाता है जनाब, यहाँ रुतबा है अनाड़ियों का। और हम मुकाबला उनसे करते हैं जिनमें कुछ बात हो, वरना मैदान भरा पड़ा है खिलाड़ियों का। चक्की में बने शुद्ध आटे की परंपरा को हमने निखारा है गुणवत्ता और पोषण से। अब हर घर में होगी सेहत और स्वाद जब बनेगी रोटियां KCL ऑर्गेनिक्स घराट आटे के साथ। हमारी तरक्की से हैरान हो, नमक खुद घाव पर लगा सकते हो। कि हमारी तरक्की से हैरान हो, नमक खुद घाव पर लगा सकते हो। और क्या कहा, रीस करनी है हमारी, जीने की उम्र में जिंदगी दाव पे लगा सकते हो। 17 ਦੇ ਬਿਲਕੁਲ ਲਾਸਟ ਜਾ ਕੇ ਫਿਰ ਮੈਂ ਕਮਬੈਕ ਕੀਤਾ। ਮੈਨੂੰ ਕੋਚ ਨੇ ਕਿਹਾ ਕਿ ਤੁਸੀਂ ਇੱਕ ਜਿਹੜੀ ਗੇਮ ਹੈ ਉਹ ਦੁਬਾਰਾ ਸਟਾਰਟ ਕਰੋ, ਤੇ ਕਮਬੈਕ ਕੀਤਾ ਅਗੇਨ। ਮੇਰੀ ਮੈਸੇਜ ਨੇ ਕਿਹਾ ਕਿ ਇੱਕ ਮੈਡਲ ਮੇਰੇ ਲਈ ਜਿੱਤੇ, ਫਿਰ ਇੱਕ ਮੈਡਲ ਜਿੱਤ ਲਿਆ। ਸੋ ਉਸ ਟਾਈਮ ਦੁਬਾਰਾ ਗੇਮ ਸਟਾਰਟ ਕੀਤੀ ਤੇ ਮੈਂ ਸਰਸੀ ਵੱਲੋਂ ਫਿਰ ਦੁਬਾਰਾ ਨੈਸ਼ਨਲ ਖੇਡਿਆ ਜੀ। ਨੈਸ਼ਨਲ ਖੇਡਣ ਤੋਂ ਬਾਅਦ ਫਿਰ ਮੈਂ ਇਹ 2 ਸਿਲਵਰ ਮੈਡਲ ਜਿੱਤੇ, ਜਿਹੜੇ ਕਿ ਮੇਰੇ ਲਾਈਫ ਦੇ ਮੈਂ ਕਹਿੰਦਾ ਕਿ ਪਹਿਲੇ 2 ਮੈਡਲ ਇਕੱਠੇ ਸੀ। ਵੈਰੀ। ਉਸ ਤੋਂ ਬਾਅਦ ਫਿਰ ਮੈਂ ਏਸ਼ੀਅਨ ਗੇਮ 2018 ਦਾ ਇਹ 골ਡ ਮੈਡਲ ਜਿੱਤਿਆ ਜੀ, ਜੋ ਸਾਡੇ ਸਵਰਨ ਸਿੰਘ ਦੀ ਪਹਿਚਾਣ। ਬਿਲਕੁਲ। ਸੋ ਇਹ ਮੈਡਲ ਇੱਕ ਜਿੱਤਣ ਦੀ ਖੁਸ਼ੀ ਵੀ ਸੀ ਕਿ ਕੋਚ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋਇਆ ਸੀਗਾ। ਥੋੜ੍ਹਾ ਜਿਹਾ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਨਾਲ ਮੇਰਾ ਜਿਹੜੇ ਪਾਰਟਨਰ ਸੀ ਇਸ ਮੈਡਲ ਦੇ ਦੌਰਾਨ, ਉਹ ਆਪਣੇ ਇੱਕ ਜ਼ਿਲ੍ਹੇ ਦੇ ਸੁਖਮੀਤ ਸਿੰਘ ਸਮਾਗ। ਉਸ ਤੋਂ ਬਾਅਦ ਸਾਡੇ ਫਿਰ ਡਬਲ ਸਕਲ ਦੇ ਵਿੱਚ ਜਿਹੜਾ ਸੀ ਮੈਡਲ ਜਿੱਤਿਆ ਜੀ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਦਾ, ਮੈਂ ਔਰ ਸੁਖਮੀਤ ਸਾਡੀ ਜੋੜੀ। ਉਦੋਂ ਇੱਕ ਵਾਰ ਨੇ ਤਾਂ ਗਾਣਾ ਵੀ ਆਇਆ ਸੀ ਕਿ PV 31 ਵਾਲੇ ਦੋਨੇ ਇਕੱਠੇ ਹੋ ਗਏ। ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਸੀ ਕਿ ਨਹੀਂ, ਜੇ ਹੁਣ ਅਸੀਂ ਇਕੱਠੇ ਹੋਏ ਹਾਂ ਦੋਨੇ ਮਾਨਸਾ ਵਾਲੇ ਤੇ ਨੰਬਰ 1 ਹੀ ਹੋ, ਤਾਂ ਨੰਬਰ 1 ਹੀ ਲੈਣਾ। ਇਹ ਮੈਡਲ ਵੀਰੇ ਅਸੀਂ ਇੱਕ ਗੱਲ ਵੀ ਕਰਦੇ ਹੁੰਦੇ ਸੀਗੇ ਤੇ ਜਾ ਕੇ ਹੀ ਕਹਿੰਦੇ, ਕਿਉਂਕਿ ਸੁਖਮੀਤ ਸੀ ਸਭ ਤੋਂ ਅੱਗੇ ਬੈਠਾ ਹੁੰਦਾ ਸੀ, ਮੈਂ ਸਭ ਤੋਂ ਪਿੱਛੇ ਬੈਠਾ ਹੁੰਦਾ ਸੀ। ਤਾਂ ਇੱਕੋ ਹੀ ਦਿਮਾਗ ਦੇ ਵਿੱਚ ਅਸੀਂ ਇੱਕੋ ਹੀ ਗੱਲ ਅਕਸਰ ਇੱਕ ਦੂਜੇ ਨੂੰ ਕਹਿੰਦੇ, ਇਕੱਠੇ ਚੱਲਾਂਗੇ, ਜਾ ਕੇ ਕਹਾਂਗੇ ਕਿ ਚਾਈਨੀ ਮੋਰਚਾ ਫਤਿਹ ਕਰ ਲਿਆ। ਓ ਵੈਰੀ। ਉਸ ਤੋਂ ਬਾਅਦ ਫਿਰ ਅਸੀਂ ਏਸ਼ੀਅਨ ਚੈਂਪੀਅਨਸ਼ਿਪ ਦਾ ਇਹ ਬ੍ਰੌਂਜ਼ ਮੈਡਲ ਜਿੱਤਾ ਦੋਨਾਂ ਨੇ। ਉਸ ਤੋਂ ਬਾਅਦ ਫਿਰ ਸੇਮ ਕੁਆਟਰ ਪੋਲ ਦੇ ਵਿੱਚ ਸਾਡਾ ਇਹ ਸਿਲਵਰ ਮੈਡਲ ਆਇਆ ਜੀ। ਉਸ ਤੋਂ ਬਾਅਦ ਉਸੇ ਸਾਲ ਹੀ ਨੈਸ਼ਨਲ ਦੇ ਵਿੱਚ 2 골ਡ ਮੈਡਲ ਜਿੱਤੇ ਜੀ। ਇਹ 2 골ਡ ਜਿੱਤੇ ਉਸ ਤੋਂ ਬਾਅਦ ਹੀ ਨੈਸ਼ਨਲ। ਇਹ ਸਾਡੀ ਦੋਨਾਂ ਦੀ ਇਕੱਠੀ ਜੋੜੀ ਸੀ, ਮੇਰੀ ਤੇ ਸੁਖਮੀਤ ਦੀ, ਤੇ ਦੋਨਾਂ ਦੇ ਇਕੱਠੇ। ਉਸ ਤੋਂ ਬਾਅਦ ਡਬਲ ਮੈਡਲ ਜਿਹੜੇ ਨੇ ਉਹ ਸਟਾਰਟ ਹੋ ਗਏ। ਉਸ ਤੋਂ ਬਾਅਦ ਹੁਣ ਮੇਰਾ ਪ੍ਰਮੋਸ਼ਨ ਹੋ ਗਈ ਸੂਬੇਦਾਰ ਮੇਜਰ। ਮੈਂ ਜਾ ਕੇ NDA ਖੜਕਵਾਸਲਾ ਪੂਨੇ ਦੇ ਵਿੱਚ ਚੱਲ ਗਿਆ। ਉੱਥੇ ਐਜ਼ ਏ ਫੌਜ ਵੱਲੋਂ ਜਿਹੜੀ ਦਿੱਤੀਆਂ ਸੇਵਾਵਾਂ ਉਹ ਨਿਭਾ ਰਹੇ। हौसला जोड़ लिया है हमने, हौसला जोड़ लिया है हमने, चाहे टूटा किस्मत का खंभा हो। कहते हैं ना कि तेरी किस्मत में है ही नहीं ये चीज, तो सुनो फिर कि हौसला जोड़ लिया है हमने, चाहे टूटा किस्मत का खंभा हो। मंजिल से रूबरू होकर रहेंगे चाहे सफर कितना ही लंबा हो। और मेरी तरफ उंगली करके अपना हाथ मत जलवा लेना, मेरी तरफ उंगली करके अपना हाथ मत जलवा लेना। ये वैब भी सूरज से भी गर्म है, और मेरी मंजिल से मुझे तू क्या रोकेगा मेरे दुश्मन, मेरा तो सफर ही बेशरम है। ਸਵਰਨ ਜੀ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਆਪਣੇ ਪਿੱਛੇ ਇਹ ਆਪਣਾ ਪੁਰਾਣਾ ਮਕਾਨ ਹੈ ਜਿੱਥੇ ਤੁਹਾਡੇ ਬਚਪਨ ਦੀਆਂ ਯਾਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ। ਕੁਝ ਸਾਡੇ ਨਾਲ ਬਚਪਨ ਦੀਆਂ ਉਹ ਯਾਦਾਂ ਵੀ ਸਾਂਝੀਆਂ ਕਰੋ ਤਾਂ ਜੋ ਅਸੀਂ ਲੋਕਾਂ ਨੂੰ ਦੱਸੀਏ ਕਿ ਹਿੰਦੁਸਤਾਨ ਦਾ ਸਿਤਾਰਾ
ਅੱਜ ਵੀ ਆਪਣੇ ਬਚਪਨ ਨੂੰ ਉਸੇ ਤਰ੍ਹਾਂ ਹੀ ਮਾਣ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਅੱਜ ਤੋਂ ਬਚਪਨ ਦੇ 4-5 ਸਾਲ 10 ਸਾਲ ਦੀ ਉਮਰ 'ਚ ਯਾਦ ਕਰਦਾ ਸੀ। ਬਿਲਕੁਲ ਜੀ, ਮੈਨੂੰ ਬਚਪਨ ਦੇ ਵਿੱਚ ਆਪਣਾ ਨਾਮ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਕਲੀ ਨਾਲ ਕੰਧਾਂ ਦੇ ਨਾਂ ਲਿਖ ਦਿੰਦਾ ਜੀ, ਤੇ ਜਾਂ ਕਾਲੇ, ਇੱਕ ਵਾਰੀ ਮੈਂ ਕਾਲੇ ਤੇ ਨਾਂ ਲਿਖਤਾ ਜੀ, ਸਵਰਨ ਸਿੰਘ ਲਿਖਤਾ ਜੀ। ਤਾਂ ਜਿਹਦੇ ਵੱਲੋਂ ਮੈਨੂੰ ਮਾਤਾ, ਜਿਹਦੀ ਵਜ੍ਹਾ ਨਾਲ ਮਾਤਾ ਤੋਂ ਮੈਂ ਕੁੱਟ ਵੀ ਖਾਧੀ, ਝਾੜੂ ਨਾਲ ਕੁੱਟਿਆ ਜੀ। ਤਾਂ ਮੈਂ ਪਿੱਟੇ ਥੱਲੇ ਲੁਕ ਗਿਆ। ਪਿੱਟੇ ਥੱਲੇ ਲੁਕਣ ਤੋਂ ਬਾਅਦ ਇੱਕ ਸ਼ੀਸ਼ਾ ਪਿਆ ਸੀ ਜਿਹੜਾ ਮਾਤਾ ਦੇ ਵਿਆਹ ਦੇ ਟਾਈਮ ਦਾ ਸੀਗਾ, ਲੱਕੜ ਦਾ ਸੀ, ਉਹਦੇ ਸਾਈਡ ਤੇ ਲੱਕੜ ਦੇ ਪਲਾਈ ਲੱਗੇ। ਹਾਂ, ਲੱਕੜ ਦਾ ਫਰੇਮ ਹੁੰਦਾ ਸੀ ਪਹਿਲਾਂ। ਉਹਦੇ ਵੀ ਮੈਂ ਇੱਕ ਸਾਈਡ ਤੇ ਪ੍ਰਕਾਰ ਨਾਲ ਸਵਰਨ ਲਿਖਿਆ ਜੀ। ਸ਼ਾਇਦ ਉਹ ਪਰਮਾਤਮਾ ਦਿਖਾ ਰਿਹਾ ਸੀ ਮੈਥੋਂ ਇਹ ਨਾਮ ਹੀ, ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੇਰੇ ਨਾਮ ਦਾ ਜਿਹੜਾ ਨਾਮ ਹੈ ਉਹ ਸਵਰਨ ਦਾ ਮਤਲਬ ਹੀ ਸੁਨਹਿਰਾ ਗੋਲਡ ਹੁੰਦਾ ਨਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਮੈਨੂੰ 2013 ਚ ਪਤਾ ਲੱਗਿਆ ਜਦੋਂ ਹਿੰਦੀ ਇੱਕ ਅਖਬਾਰ ਨੇ ਲਾਇਆ ਕਿ ਸਵਰਨ ਨੇ ਜੀਤਾ ਸਵਰਨ। ਤੇ ਸ਼ਾਇਦ ਜਿਹੜਾ ਮੈਥੋਂ ਪਰਮਾਤਮਾ ਉਸ ਟਾਈਮ ਤੇ ਨਾਮ ਲਿਖਵਾਉਂਦਾ ਸੀ, ਸ਼ਾਇਦ ਉਹ ਇਸ ਤਰੀਕੇ ਨਾਲ ਜਾਂ ਮੈਨੂੰ ਇਸ ਲੈਵਲ ਤੇ ਲੈ ਕੇ ਆਉਣਾ ਚਾਹੁੰਦਾ। ਬਚਪਨ ਦੀਆਂ ਹੋਰ ਖੱਟੀਆਂ ਮਿੱਠੀਆਂ ਯਾਦਾਂ ਬਹੁਤ ਨੇ ਜੀ। ਨਹੀਂ, ਤੁਸੀਂ ਤਾਂ ਸੋਨਾ ਹੀ ਹੋ, ਸਾਡੇ ਜ਼ਿਲ੍ਹਾ ਮਾਨਸਾ ਦੀ ਸੋਨਾ, ਹਿੰਦੁਸਤਾਨ ਲਈ ਸੋਨਾ, ਤੇ ਆਪਦੇ ਮਾਂ-ਬਾਪ ਲਈ ਵੀ ਤੁਸੀਂ ਸੋਨਾ ਹੀ ਹੋ। ਖੱਟੀਆਂ ਮਿੱਠੀਆਂ ਯਾਦਾਂ, ਹੁਣ ਉਹਨਾਂ ਬਾਰੇ ਦੱਸੋ। ਇੱਕ ਵਾਰੀ ਜਦੋਂ ਅਸੀਂ ਹਰ ਵਾਰੀ ਜਦੋਂ ਸਕੂਲੋਂ ਪੜ੍ਹ ਕੇ ਆਉਂਦੇ ਜੀ, ਤਾਂ ਇੱਦਾਂ ਬਰਾਂਡੇ ਦੇ ਵਿੱਚ ਸਾਰੇ ਪਏ ਹੁੰਦੇ, ਤੇ ਮੈਂ ਤੇ ਮੇਰਾ ਭਰਾ ਦੋਨੇ ਆਉਂਦੇ। ਭਰਾ ਮੇਰਾ ਜਾ ਕੇ ਪੜ੍ਹਦਾ ਤੇ ਮੈਂ ਬਸਤਾ ਚਲਾ ਕੇ ਮਾਰਦਾ ਹੁੰਦਾ। ਪੜ੍ਹਾਈ 'ਚ ਮੈਂ ਠੀਕ ਠਾਕ ਹੁੰਦਾ ਸੀ। ਇਸੇ ਵੱਲੋਂ ਮੈਂ ਕੁੱਟ ਖਾਂਦਾ ਹੁੰਦਾ ਸੀ। ਕੰਮ ਵੀ ਬਹੁਤ ਘੱਟ ਕਰਦਾ ਸੀ। ਵਾਰੀ ਸਾਡੀ ਬੰਨੀ ਹੁੰਦੀ, ਪਰ ਮੈਂ ਕਈ ਵਾਰੀ ਕੇਸ ਮਾਰ ਦਿੰਦਾ ਸੀ। ਸ਼ਾਇਦ ਮੈਨੂੰ ਆਪਦੇ ਵਾਲੀ ਵਾਰੀ ਭਰਾ ਨੂੰ ਕਰਵਾ ਦਿੰਦੇ ਕੰਮ। ਹਾਂਜੀ, ਕਰ ਦਿੰਦਾ ਉਹ? ਕਰ ਦਿੰਦਾ ਵਿਚਾਰਾ ਉਹ। ਤੇ ਮਤਲਬ ਉਹਨੂੰ ਘਰ ਦੇ ਹਾਲਾਤਾਂ ਬਾਰੇ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਪਤਾ ਸੀ, ਕਿਉਂਕਿ ਮੈਂ ਇੱਥੇ 1 ਸਾਲ ਵੱਡੇ ਸੀ। ਵੱਡਾ ਸੀ। ਤੇ ਮੈਨੂੰ ਸ਼ਾਇਦ ਉਹ ਕਹਿੰਦੇ ਵੀ ਉਹ ਇੱਕ ਦੌਰ ਹੀ ਇਹੋ ਜਿਹਾ ਹੁੰਦਾ ਨਾ ਬਚਪਨ ਦਾ, ਕਿ ਬੰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਪਤਾ ਨਹੀਂ ਕਿੱਦਾਂ ਦੀ ਜ਼ਿੰਦਗੀ ਹੋਣੀ ਹੈ, ਕਿੱਦਾਂ ਨਹੀਂ। ਇਹ ਚੀਜ਼ ਕਦੇ ਸੋਚੀ ਨਹੀਂ। ਉਦੋਂ ਤਾਂ ਪਤਾ ਨਹੀਂ ਸੀ ਵੀ ਇਹ ਸਵਰਨ ਹਿੰਦੁਸਤਾਨ ਦਾ ਸੋਨੇ ਦਾ ਸਵਰਨ ਬਣੂਗਾ। ਬਿਲਕੁਲ। ਤਾਂ ਜਦੋਂ ਸਕੂਲੋਂ ਪੜ੍ਹ ਕੇ ਆਉਣਾ ਹੀ, ਤਾਂ ਮੈਂ ਦੇਖਣਾ ਵੀ ਪਹਿਲਾਂ ਮੰਮੀ ਪਾਪਾ ਸੁੱਤੇ ਪਏ ਨੇ, ਤਾਂ ਮੈਂ ਦੇਖ ਕੇ ਤੇ ਫਿਰ ਮੈਂ ਹੀ ਕਰਨਾ ਹੀ। ਸਾਡੇ ਹਾਰਾ ਹੁੰਦਾ, ਹਾਰੇ 'ਚੋਂ ਮੈਂ ਸਾਰੀ ਕੜਨੀ ਤੋਂ ਮਲਾਈ ਲਾ ਕੇ, ਖੰਡ ਪਾ ਕੇ ਖਾ ਕੇ ਚੁੱਪਚਾਪ ਜਾ ਕੇ ਸੌਂ ਜਾਂਦਾ ਮੰਜੇ ਤੇ। ਵੀ ਆਈ ਨਹੀਂ ਪਤਾ ਲੱਗੇ ਕਿਹਨੇ ਖਾਧੀ ਹੈ। ਖਾਧੀ ਹੈ। ਮਾਤਾ ਨੂੰ ਪਤਾ ਤਾਂ ਹੁੰਦਾ ਸੀ ਵੀ ਇਹੀ ਖਾਂਦਾ ਰੋਜ਼। ਇੱਕ ਵਾਰੀ ਮੈਨੂੰ ਮਾਤਾ ਨੇ ਫੜ ਵੀ ਲਿਆ। ਫਿਰ ਮਤਲਬ ਕਿ ਤੁਸੀਂ ਤਾਂ ਕ੍ਰਿਸ਼ਨ ਕਨ੍ਹਈਆ ਹੋਏ। ਚਲੋ ਤਾਂ ਆਪਾਂ ਮੱਖਣ ਖਾਂਦੇ ਰਹੇ ਹੋ। ਵੱਡੇ ਵੱਡੇ ਤਾਂ ਆਪਾਂ ਉਹ ਵੀ ਖਾਂਦੇ ਸੀ। ਹਸਤੀ ਨਹੀਂ ਆਈ, ਪਰ ਫਿਰ ਵੀ ਮਾਂ, ਹਰ ਮਾਂ-ਬਾਪ ਲਈ ਆਪਦਾ ਬੱਚਾ ਇੱਕ ਕ੍ਰਿਸ਼ਨ ਹੀ ਹੁੰਦਾ। ਬਿਲਕੁਲ ਜੀ, ਬਿਲਕੁਲ। ਤੇ ਉਸ ਵਜ੍ਹਾ ਨਾਲ ਫਿਰ ਮਾਤਾ ਹੀ ਕਰਦੀ ਮੈਨੂੰ ਕਹਿੰਦੀ, ਚਲ ਠੀਕ ਹੈ ਤੂੰ ਖਾ ਲਿਆ ਕਰ, ਘੱਟ ਖਾ ਲਿਆ ਕਰ, ਵੀ ਥੋੜਾ ਜਿਹਾ ਹੋਰਾਂ ਲਈ ਵੀ ਛੱਡ ਦੇ। ਘਿਓ ਵੀ ਕੱਢਣਾ ਹੋਰਾਂ ਲਈ ਵੀ ਹੁੰਦਾ ਛੱਡ ਦੇ। ਤਾਂ ਮਤਲਬ ਕਿ ਖਾਣ ਪੀਣ ਦਾ ਮੈਂ ਚੋਰ ਸੀ ਸ਼ੁਰੂ ਤੋਂ। ਤੇ ਉੱਦਾਂ ਮਾਤਾ ਪਿਤਾ ਨੇ ਸਿਖਾਈ ਇਮਾਨਦਾਰੀ ਹੈ ਜੀ, ਮਿਹਨਤ ਕਰਨੀ ਸਿਖਾਈ ਹੈ। ਸ਼ਾਇਦ ਤਾਂ ਹੀ ਇਹਦੀ ਬਦੌਲਤ ਅੱਜ ਇੱਥੇ ਹਾਂ। ਬਿਲਕੁਲ ਬਿਲਕੁਲ। ਹੋਰ ਬਹੁਤ ਜ਼ਿਆਦਾ ਨਹੀਂ ਖੱਟੀਆਂ ਮਿੱਠੀਆਂ। ਇੱਕ ਵਾਰ ਮੇਰਾ ਭਰਾ ਸੀ, ਜਦੋਂ ਪੁਲਿਸ ਦੇ ਵਿੱਚ ਭਰਤੀ ਹੋ ਗਿਆ, ਤਾਂ ਅਸੀਂ ਖੇਤ ਨਰਮਾ ਚੁਗੀ ਜਾਂਦੇ ਸੀ। ਨਰਮਾ ਚੁਗਦਾ ਤੇ ਉਹ ਸਾਈਕਲ ਤੇ ਆ ਰਿਹਾ ਸੀ, ਉਹਨੇ ਟਰੈਕ ਸੂਟ ਪਾਇਆ ਤੇ ਟ੍ਰੇਨਿੰਗ ਦੇ ਵਿੱਚੋਂ ਹੀ ਆਇਆ ਸੀ ਛੁੱਟੀ ਲੈ ਕੇ। ਤੇ ਉਹਨੂੰ ਦੇਖ ਕੇ ਮੈਂ ਹੋਰ ਪੱਤੇ ਪੁੱਤੇ ਲਾ ਕੇ ਫੇਸ ਤੇ ਲਿਬੜਿਆ ਜਿਹਾ ਹੋ ਗਿਆ, ਜਾਣ ਕੇ ਵੀ ਦੇਖਾਂਗੇ ਮੈਨੂੰ ਫੌਜੀ ਬਣ ਗਏ। ਨਹੀਂ, ਮੈਨੂੰ ਸਿਆਣਦਾ ਹੀ ਨਹੀਂ ਸਿਆਣਦਾ। ਤੇ ਜਦੋਂ ਆਏ ਤਾਂ ਆ ਕੇ ਮੰਮੀ ਦਾ ਜੱਫੀ ਪਾ ਕੇ ਮਿਲਿਆ, ਤੇ ਜਦੋਂ ਮੈਂ ਕਿਹਾ ਹੋਰ ਵੀਰੇ ਆ ਗਿਆ ਤੂੰ, ਚੱਲ ਭਰਾ ਲਿਬੜਿਆ ਫਿਰਦਾ ਤੂੰ ਤਾਂ। ਤੇ ਉਦੋਂ ਮੇਰੇ ਦਿਮਾਗ 'ਚ ਇਹ ਆਇਆ ਵੀ ਯਾਰ ਇਹ ਤਾਂ ਹੁਣੇ ਪੁਲਿਸ ਦੇ ਭਰਤੀ ਹੋ ਗਿਆ, ਇਹਦੀ ਟ੍ਰੇਨਿੰਗ ਖਤਮ ਹੋ ਜੂ, ਕੱਲ੍ਹ ਨੂੰ ਤਾਂ ਵਿਆਹ ਹੋ ਜਾਊਗਾ ਨਾ, ਰੰਗ ਬਦਲ ਜੂ ਵੀ ਮੈਂ ਤਾਂ ਖੇਤਾਂ 'ਚੋਂ ਰਹਿ ਜਾਊਂਗਾ। ਤੇ ਨਹੀਂ ਤਾਂ ਮੈਨੂੰ ਹੁਣ ਹੀ ਨਹੀਂ ਮਿਲਦਾ। ਫਿਰ ਮੇਰੇ ਦਿਮਾਗ 'ਚ ਆ ਗਈ ਬਣਾ ਵੀ ਜਿਹੜਾ ਸੁਪਨਾ ਲਿਆ ਭਰਤੀ ਹੋ। हमने मेहनत की तो निखर गए, चापलूसिया करने वाले चालाक बनकर रह गए। कि हमने मेहनत की तो निखर गए, चापलूसिया करने वाले चालाक बनकर रह गए। और खेल तो देखो इस वक्त का, मेरा मजाक उड़ाने वाले आज मजाक बनकर रह गए। और जिसने एक वक्त पे मजाक उड़ाया था, अब वो हर वक्त रोने वाला है। कि जिसने एक वक्त पे मजाक उड़ाया था, अब वो हर वक्त रोने वाला है। और जलने वालों बधाई हो, आपका काम दुगना होने वाला है। ਮਤਲਬ ਦੋਨੇ ਭਾਈ ਤੁਸੀਂ ਦੇਖੋ, ਇਹ ਅਸੀਂ ਮੰਨਦੇ ਆ ਵੀ ਦੋਨੇ ਭਾਈ ਦੇਸ਼ ਦੀ ਸੇਵਾ ਕਰਦੇ ਹੋ। ਇੱਕ ਪੰਜਾਬ ਦੀ ਸੇਵਾ ਕਰ ਰਿਹਾ ਹੈ, ਇੱਕ ਹਿੰਦੁਸਤਾਨ ਦੀ ਸੇਵਾ ਕਰ ਰਿਹਾ। ਬਿਲਕੁਲ ਜੀ, ਮੈਂ ਤਾਂ ਕਹਿਣਾ ਕਿ ਮੈਨੂੰ ਤਾਂ 3 ਵਾਰ ਦੇਸ਼ ਦੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ। ਇੱਕ ਤਾਂ ਫੌਜ ਦੇ ਵਿੱਚ ਭਰਤੀ ਹੋ ਗਈ, ਦੂਸਰਾ ਖੇਡਾਂ ਰਾਹੀਂ, ਤੇ ਤੀਜਾ ਜਦੋਂ ਅਸੀਂ ਸਮਾਜਿਕ ਜਿਹੜੀ ਸਮਾਜ ਦੇ ਵਿੱਚ ਸਮਾਜ ਸੇਵੀਆਂ ਦੇ ਰਾਹੀਂ ਅਸੀਂ ਉੱਭਰਦੇ ਹਾਂ, ਅੱਗੇ ਜਾਂਦੇ ਹਾਂ, ਸਮਾਜ ਦੀ ਸੇਵਾ ਕਰਦੇ ਹਾਂ। ਸ਼ਾਇਦ ਇਹ ਤੀਜਾ ਮੌਕਾ ਜੀ। ਇਹ ਵੀ ਇੱਕ ਸੇਵਾ ਹੀ ਹੈ ਕਿ ਅਸੀਂ ਇੰਟਰਵਿਊ ਦੇ ਰਹੇ ਹਾਂਗੇ। ਮੇਰੇ ਖਿਆਲ 'ਚ ਕਿਸੇ ਇੱਕ ਵੀ ਬੱਚੇ ਨੂੰ ਅਗਰ ਚੇਟਕ ਲੱਗ ਗਈ ਤਾਂ ਉਹਦੀ ਜ਼ਿੰਦਗੀ ਪਤਾ ਨਹੀਂ ਹੈ ਲਾਈਫ ਦਾ ਟਰਨਿੰਗ ਪੁਆਇੰਟ ਕਿੱਥੇ ਆ ਜੀ। ਸੋ ਇਦਾਂ ਦੇ ਲਾਈਫ ਦੇ ਟਰਨਿੰਗ ਪੁਆਇੰਟ ਨੂੰ ਮੇਰੇ ਅੰਦਰ ਵੀ ਆਏ ਨੇ।
ਇਹ ਪਤਾ ਨਹੀਂ ਹੁੰਦਾ ਕਿ ਤੁਹਾਡੀ ਇੰਟਰਵਿਊ ਜਿਹੜੀ ਤੁਸੀਂ ਲੈਣ ਆਏ ਹੋ ਅੱਜ ਇੰਟਰਵਿਊ ਲੈ ਕੇ ਪਤਾ ਨਹੀਂ ਕਿੰਨੇ ਹੀ ਪਲੇਅਰ ਨੇ ਜਿਹੜੇ ਕਿ ਆਪਣੇ ਆਪ ਨੂੰ ਸੁਪਨੇ ਦੱਬੀ ਬੈਠੇ ਨੇਗੇ ਕਿ ਸਾਡੇ ਨਾਲ ਕੋਈ ਨਹੀਂ ਹੈ। ਜਦੋਂ ਸਾਡੇ ਨਾਲ ਉਸ ਟਾਈਮ ਦੇ ਨੇ ਹਾਲਾਤਾਂ ਦੇ ਵਿੱਚ ਕੋਈ ਨਹੀਂ ਸੀ, ਕਹਿੰਦੇ ਜਿਹਦੇ ਨਾਲ ਕੋਈ ਨਹੀਂ ਉਹਦੇ ਨਾਲ ਰੱਬ ਹੁੰਦਾ ਜੀ। ਨਹੀਂ ਨਹੀਂ, ਇਹ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਦੇਸ਼ ਦੇ ਮਾਣ ਆਨ ਸ਼ਾਨ ਨਾਲ ਅੱਜ ਅਸੀਂ MM ਨਿਊਜ਼ ਮਾਨਸਾ ਤੇ ਗੱਲਬਾਤ ਕਰ ਰਹੇ ਹਾਂ। ਇਹ ਸਿਰਫ MM ਨਿਊਜ਼ ਦੀ ਬਦੌਲਤ। ਸਾਨੂੰ ਇੱਕ ਹੋਰ ਜਾਣਕਾਰੀ ਦਿੱਤੀ ਜਾਵੇ, ਜਿਵੇਂ ਦੂਸਰੇ ਪਲੇਅਰ ਹੈ ਜੋ ਕ੍ਰਿਕਟ ਖੇਲਦੇ ਆ ਜਾਂ ਹੋਰ ਬੈਡਮਿੰਟਨ ਵਗੈਰਾ ਖੇਲਦੇ ਆ, ਉਹ ਬੜੀਆਂ ਪ੍ਰਾਈਵੇਟ ਕੰਪਨੀਆਂ ਦੇ ਬ੍ਰਾਂਡ ਐਂਬੈਸਡਰ ਹੁੰਦੇ ਨੇ। ਤੁਹਾਨੂੰ ਵੀ ਕੋਈ ਇਹੋ ਜਿਹਾ ਮੌਕਾ ਮਿਲਿਆ ਵੀ ਜਿਹਦੇ ਲਈ ਤੁਸੀਂ ਬ੍ਰਾਂਡ ਐਂਬੈਸਡਰ ਜਾਂ ਹੋਰ ਐਡ ਮਟੀਰੀਅਲ ਕਰਦੇ ਹੋ, ਐਡ ਕਰਦੇ ਹੋ? ਵੈਸੇ ਤਾਂ ਜੀ ਆਰਮੀ ਪਰਸਨ ਐਡ ਨਹੀਂ ਕਰ ਸਕਦਾ, ਪਰ ਫਿਰ ਵੀ ਅਸੀਂ ਇੱਕ ਆਪਣੀ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਬ੍ਰਾਂਡ ਮਾਸਟਰ ਆਈ, ਮੈਂ ਔਰ ਇੱਕ ਸੁਖਮੀਤ ਸਮਾਗ, ਸਾਨੂੰ ਦੋਨਾਂ ਨੇ ਬ੍ਰਾਂਡ ਮਾਸਟਰ ਬਣਾਇਆ। ਸੇਵਾ 'ਚ ਵੀ ਹਿੱਸਾ ਪਾਉਂਦੇ ਆ ਤੇ ਇੱਕ ਸਮਾਜ ਸੇਵਾ ਲਈ ਬ੍ਰਾਂਡ ਮਾਸਟਰ। ਸਮਾਜਿਕ ਸੰਸਥਾ ਹੈ, NGO ਹੈ। ਹਾਂਜੀ। ਕੀ ਕੰਮ ਕਰਦੇ ਹੋ ਤੁਸੀਂ NGO 'ਚ? ਸਾਡਾ ਤਾਂ ਜਿਹੜਾ ਇੱਕ ਸਾਡੇ ਪ੍ਰਤੀ ਤਾਂ ਇੱਕ ਮੈਸੇਜ ਆਉਣਾ ਹੁੰਦਾ ਜੀ, ਕਿਉਂਕਿ ਜਿਹੜੀ ਨੌਜਵਾਨ ਜਨਰੇਸ਼ਨ ਉਹਨਾਂ ਦੇ ਨਾਲ ਜੁੜੇ, ਤਾਂ ਕਿ ਜਿਹੜੇ ਘਰ ਦੇ ਵਿੱਚ ਅੰਨ ਨਹੀਂ ਉੱਥੇ ਅਨਾਜ ਪਹੁੰਚੇ ਜੀ, ਤੇ ਜਿਹੜੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਦਿੱਕਤ ਹੈਗੀ ਉਹ ਹਰ ਇੱਕ ਲੈਵਲ ਬਲੱਡ ਕੈਂਪ ਵੀ ਲਾਉਂਦੇ ਨੇ ਜੀ, ਤੇ ਰਾਸ਼ਨ ਵੀ ਮੁਹੱਈਆ ਕਰਾਉਂਦੇ ਨੇ ਜੀ। ਕੁਦਰਤੀ ਕਰੋਪੀ ਆ ਜਾਂਦੇ ਉੱਥੇ ਵਿਚਾਰੇ ਪਹੁੰਚਦੇ ਨਹੀਂ। ਮਤਲਬ ਤੁਸੀਂ ਹੋਰਾਂ ਦੇ ਵਾਂਗ ਪੈਸਾ ਕਮਾਉਣ ਲਈ ਨਹੀਂ, ਸਮਾਜ ਸੇਵਾ ਕਰਨ ਲਈ ਉਹਨਾਂ ਨਾਲ ਜੁੜੇ ਹੋ। ਬ੍ਰਾਂਡ ਐਂਬੈਸਡਰ ਉਹਨਾਂ ਦੇ ਸਮਾਜ ਸੇਵਾ ਜੋ ਤੁਹਾਡੇ ਵੱਲੋਂ ਉਸ ਫਾਊਂਡੇਸ਼ਨ ਨੂੰ ਕਮਾਈ ਹੁੰਦੀ ਹੈ, ਉਹ ਸਾਰੀ ਦੀ ਸਾਰੀ ਸਮਾਜ ਸੇਵਾ ਦੇ ਕੰਮਾਂ ਵਿੱਚ ਲਗਾਈ ਹੈ। ਸਾਡੇ ਵੱਲੋਂ ਤਾਂ ਇਦਾਂ ਦੀ ਕੋਈ ਕਮਾਈ ਇਹਨਾਂ ਨੂੰ ਹੁੰਦੀ ਨਹੀਂ ਹੈ ਵੈਸੇ ਤਾਂ। ਨਹੀਂ ਇਹ ਤੁਸੀਂ ਕਹਿ ਨਹੀਂ ਸਕਦੇ, ਤੁਹਾਡਾ ਨਾਮ ਬਹੁਤ ਵੱਡਾ ਹੈ, ਤੁਸੀਂ ਮਾਨਸਾ ਦੀ ਹਿੰਦੁਸਤਾਨ ਦੀ ਸ਼ਾਨ ਹੋ। ਤੁਹਾਡੇ ਨਾਮ ਦੇ ਉੱਤੇ ਵੀ ਕਈ ਲੋਕ ਹੈਗੇ ਵੀ ਸਵਰਨ ਜੀ ਇਹਦੇ ਨਾਲ ਜੁੜੇ ਆ, ਤਾਂ ਆਪਾਂ ਵੀ ਇਹਨਾਂ ਨਾਲ ਜੁੜੀਏ, ਇਹਨਾਂ ਨੂੰ ਦਾਨ ਦੇਈਏ। ਕਈ ਇਹੋ ਜਿਹੇ ਬੰਦੇ ਹਨ। ਮਤਲਬ ਕਿ ਤੁਸੀਂ ਖੁਦ ਲਈ ਪੈਸਾ ਕਮਾਉਣ ਲਈ ਨਹੀਂ ਇਹ ਕੰਮ ਕਰਦੇ, ਉਹ ਸੰਸਥਾ ਲਈ ਕੰਮ ਕਰਦੇ ਹੋ ਜੋ ਲੋਕਾਂ ਦੀ ਭਲਾਈ ਲਈ ਕਰਦੀ। ਬਿਲਕੁਲ ਜੀ। ਮੈਂ ਪਹਿਲਾਂ ਜਿਹੜਾ ਬਲੱਡ ਡੋਨੇਟ ਕੀਤਾ ਸੀ ਉਹ ਵੀ ਇਸੇ ਸੰਸਥਾ ਨੂੰ ਹੀ ਕੀਤਾ ਸੀ, ਨੇਕੀ ਫਾਊਂਡੇਸ਼ਨ ਬੁਢਲਾਡਾ ਨੇ। ਨੇਕੀ ਫਾਊਂਡੇਸ਼ਨ ਬੁਢਲਾਡਾ। ਹਾਂਜੀ। ਕਿੰਨੇ ਮੈਂਬਰ ਹੈ ਤਕਰੀਬਨ ਉਸ ਫਾਊਂਡੇਸ਼ਨ 'ਚ? ਮੈਂ ਕਹਿੰਦਾ ਜੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਜੀ, ਬਹੁਤ ਹਜ਼ਾਰਾਂ ਹੀ ਲੋਕ ਕਹਿ ਸਕਦੇ ਆਪਾਂ ਉਹਨਾਂ ਨਾਲ ਜੁੜੇ ਹੋਏ ਨੇ। ਚਲੋ ਸਾਨੂੰ ਇਹ ਵੀ ਖੁਸ਼ੀ ਹੈ ਕਿ ਸਾਡੇ ਦੇਸ਼ ਦਾ ਇੱਕ ਓਲੰਪੀਅਨ ਸਮਾਜ ਸੇਵਾ ਦੇ ਕੰਮ ਨਾਲ ਵੀ ਜੁੜਿਆ ਹੋਇਆ ਹੈ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਦੇਸ਼ ਦੀ ਸੇਵਾ ਤੋਂ ਮੁਕਤ ਹੋ ਕੇ ਆਓਗੇ ਤਾਂ ਇਸ ਵੱਲ ਹੋਰ ਧਿਆਨ ਦਿਓਗੇ। ਹੁਣ ਸਾਨੂੰ ਉਸ ਗਰਾਊਂਡ ਦੇ ਦਰਸ਼ਨ ਵੀ ਤੁਸੀਂ ਕਰਵਾਓ ਜਿੱਥੇ ਬਚਪਨ ਦੇ ਵਿੱਚ ਤੁਸੀਂ ਖੇਡਾਂ ਖੇਡੀਆਂ ਤੇ ਅੱਜ ਵੀ ਉਸ ਗਰਾਊਂਡ 'ਚ ਜਾ ਕੇ ਪ੍ਰੈਕਟਿਸ ਕਰਦੇ ਹੋ। ਬਿਲकुल। एक लाइन आपके लिए, आप सबके लिए। अगर सब कुछ मिल जाएगा जिंदगी में तो तमन्ना किसकी करोगे? अगर सब कुछ मिल जाएगा जिंदगी में तो तमन्ना किसकी करोगे? कुछ अधूरी ख्वाहिशें तो जिंदगी जीने का मजा देती हैं। चक्की में बने शुद्ध आटे की परंपरा को हमने निखारा है गुणवत्ता और पोषण से। अब हर घर में होगी सेहत और स्वाद जब बनेगी रोटियां KCL ऑर्गेनिक्स घराट आटे के साथ।